ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ ਜੀਕੇ ਗੁਰੂ ਜੀ। ਤੇ ਆਪਾਂ ਸਟਾਰਟ ਕਰਾਂਗੇ ਆਪਾਂ ਇਕਨੋਮੀ ਦਾ ਲੈਕਚਰ ਫਸਟ। ਜਿਵੇਂ ਕਿ ਤੁਹਾਨੂੰ ਮੈਂ ਪ੍ਰੋਮਿਸ ਕੀਤਾ ਸੀਗਾ ਪ੍ਰੀਵੀਅਸ ਵੀਡੀਓ ਦੇ ਵਿੱਚ, ਜਦੋਂ ਆਪਾਂ ਕੱਟ ਆਫ ਨੂੰ ਪ੍ਰੈਡਿਕਟ ਕੀਤਾ ਸੀਗਾ, ਤਾਂ ਇਕਨੋਮੀ ਦੇ ਅਰਾਊਂਡ ਆਪਾਂ 10 ਲੈਕਚਰਸ ਲਗਾਵਾਂਗੇ। 15 to 17 ਮਿੰਟਸ ਦਾ ਇੱਕ ਲੈਕਚਰ ਹੋਊਗਾ। ਅਰਾਊਂਡ 10 ਲੈਕਚਰ ਦੇ ਵਿੱਚ ਤੁਹਾਡੇ ਜੋ ਚੀਜ਼ਾਂ PPSC ਪੁਆਇੰਟ ਆਫ ਵਿਊ ਤੋਂ ਜਾਂ ਜਿਹੜੇ ਹੋਰ ਵੀ ਆਪਣੇ ਪੰਜਾਬ ਦੇ ਐਗਜ਼ਾਮ ਹੈਗੇ ਉਹਨਾਂ ਪੁਆਇੰਟ ਆਫ ਵਿਊ ਤੋਂ ਜੋ ਚੀਜ਼ਾਂ ਰੈਲੇਵੈਂਟ ਹੈਗੀਆਂ ਉਹ ਆਪਾਂ ਕਰਾਂਗੇ। ਜਿਵੇਂ ਕਿ PPSC ਪ੍ਰਿੰਸੀਪਲ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਟੋਬਿਨ ਟੈਕਸ ਕੀ ਹੁੰਦਾ ਹੈ, एंजल फंड, एंजल इन्वेस्टर्स, एंजल टैक्स की ਹੁੰਦਾ ਹੈ। ਸੋ ਇਹ ਜਿਹੀਆਂ ਟਰਮਸ ਜੋ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀਆਂ ਆਪਾਂ ਉਹਨਾਂ ਨੂੰ ਕਰਾਂਗੇ। ਅਤੇ ਜੋ MSME ਬਾਰੇ ਹੁਣ ਚੀਜ਼ਾਂ ਚੱਲ ਰਹੀਆਂ, ਠੀਕ ਹੈ, ਜੋ ਆਪਣੀ ਕਰੰਟ ਇਕੋਨਮੀ ਚੱਲ ਰਹੀ ਹੈ ਉਹਦੇ ਨਾਲ ਰਿਲੇਟਿਡ ਜੋ ਬੇਸਿਕ ਟਰਮਸ ਹੈਗੀਆਂ GDP, GNP ਜਾਂ ਮਤਲਬ ਜਿਵੇਂ ਕਿ ਹੁਣ ਇਸ ਵਾਰੀ ਆਪਾਂ ਨੂੰ ਪੁੱਛਿਆ ਗਿਆ ਸੀਗਾ CPI 'ਤੇ ਕੁਐਸਚਨ ਆਇਆ ਸੀਗਾ। CPI 'ਤੇ PPSC ਪ੍ਰਿੰਸੀਪਲ ਵੇ ਦੇ ਵਿੱਚ ਵੀ ਆਇਆ, PCS ਦੇ ਵਿੱਚ ਵੀ ਆਇਆ, ਠੀਕ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਅਤੇ ਹੋਲਸੇਲ ਪ੍ਰਾਈਸ ਇੰਡੈਕਸ 'ਤੇ ਕੀ ਹੁੰਦੇ ਆ, ਇਹਨਾਂ ਨੂੰ ਕੌਣ ਰਿਲੀਜ਼ ਕਰਦਾ, ਸਾਰੀਆਂ ਚੀਜ਼ਾਂ ਬਾਰੇ ਆਪਾਂ ਪੜ੍ਹਾਂਗੇ, ਠੀਕ ਹੈ। ਜਿਵੇਂ ਕਿ ਇਸ ਵਾਰੀ ਪੁੱਛਿਆ ਗਿਆ ਸੀਗਾ ਨੋਨ ਟੈਕਸ ਰਿਵੈਨਿਊ ਕੀ ਹੁੰਦਾ। ਸੋ ਇਸੇ ਢੰਗ ਦੇ ਨਾਲ ਜੋ PPSC ਪੁਆਇੰਟ ਆਫ ਵਿਊ ਹੈਗਾ, ਜਾਂ ਕਹਿ ਸਕਦੇ ਆਪਣੇ ਹੋਰ ਜਿਹੜੇ ਪੰਜਾਬ ਦੇ ਐਗਜ਼ਾਮ ਹੈਗੇ ਆ ਉਹਨਾਂ ਲਈ ਜੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਆਪਾਂ ਸਾਰੀਆਂ ਦੀ ਸਾਰੀਆਂ ਕਰਾਂਗੇ। ਅਗਰ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ। ਕਿ ਅਗਰ ਜਿਹੜੀਆਂ ਫਰਦਰ ਜਿਹੜੇ ਆਪਾਂ 10 ਲੈਕਚਰਸ ਕਰਾਂਗੇ, 10 to 12 ਲੈਕਚਰਸ ਕਰਾਂਗੇ ਇਕਨੋਮੀ ਦੇ, ਤੁਸੀਂ ਨੋਟੀਫਿਕੇਸ਼ਨ ਪਾ ਸਕੋ ਕਿ ਤੁਹਾਡਾ ਕੋਈ ਲੈਕਚਰ ਨਾ ਮਿਸ ਹੋਵੇ, ਠੀਕ ਹੈ। ਕੋਸ਼ਿਸ਼ ਕਰਾਂਗੇ ਰੈਗੂਲਰ ਪਾਉਣ ਦੀ, ਇੱਕ ਅੱਧਾ ਦਿਨ ਮਿਸ ਹੋ ਜਾਂਦਾ ਕਈ ਵਾਰੀ। ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਇਕਨੋਮੀ ਦਾ ਲੈਕਚਰ ਸਟਾਰਟ ਹੋ ਰਿਹਾ ਤਾਂ ਮਤਲਬ ਆਪਾਂ ਨੂੰ GDP ਪਤਾ ਹੋਣਾ ਚਾਹੀਦਾ ਵੀ ਕੀ ਹੈ। ਸੋ GDP ਤੋਂ ਆਪਾਂ ਸਟਾਰਟ ਕਰਾਂਗੇ। GDP ਹੁੰਦਾ ਕੀ ਹੈ? ਆਪਣੀ ਇਕਨੋਮੀ ਦੇ ਵਿੱਚ ਜਿੰਨੀਆਂ ਵੀ ਗੁੱਡਸ ਹੈ, ਫਿਨਿਸ਼ਡ ਗੁੱਡਸ ਹੈ, ਪ੍ਰੋਡਿਊਸ ਹੁੰਦੀਆਂ ਪੂਰੇ ਸਾਲ ਦੇ ਵਿੱਚ, ਉਸ ਚੀਜ਼ ਨੂੰ ਕਿਹਾ ਜਾਂਦਾ ਹੁੰਦਾ GDP। ਇੰਟਰਮੀਡੀਏਟ ਗੁੱਡਸ ਨਹੀਂ ਕਾਊਂਟ ਕੀਤੀਆਂ ਜਾਂਦੀਆਂ ਹੁੰਦੀਆਂ ਜਦੋਂ ਵੀ ਆਪਾਂ GDP ਕਾਊਂਟ ਕਰਦੇ ਹੁੰਦੇ ਹਾਂ। ਸੋ ਇੱਕ ਸਾਲ ਦੇ ਵਿੱਚ ਇੱਕ ਕੰਟਰੀ ਕਿੰਨੀਆਂ ਫਿਨਿਸ਼ਡ ਗੁੱਡ ਪ੍ਰੋਡਿਊਸ ਕਰਦੀ ਹੁੰਦੀ ਹੈ, ਉਸ ਚੀਜ਼ ਨੂੰ ਕਿਹਾ ਜਾਂਦਾ GDP। ਸੋ ਇਸ ਚੀਜ਼ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਵੀ GDP ਜਦੋਂ ਕਾਊਂਟ ਕਰਨੀ ਹੁੰਦੀ ਹੈ ਤਾਂ ਇੰਟਰਮੀਡੀਏਟ ਗੁੱਡ ਕਾਊਂਟ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ, ਠੀਕ ਹੈ ਜੀ। ਸੋ ਜਦੋਂ ਵੀ ਤੁਸੀਂ ਮਤਲਬ ਲੈਕਚਰ ਸੁਣ ਰਹੇ ਹੋ ਤਾਂ ਕਾਪੀ ਪੈਨ ਆਪਣੇ ਕੋਲ ਰੱਖਣਾ, ਕਿਉਂਕਿ ਬਹੁਤ ਸਾਰੀਆਂ ਐਕਸਟਰਾ ਚੀਜ਼ਾਂ ਮੈਂ ਦੱਸੂਗਾ ਜੋ ਤੁਹਾਨੂੰ ਨੋਟਸ ਵਿੱਚ ਨਹੀਂ ਮਿਲਣਗੀਆਂ। ਅਗਰ ਤੁਸੀਂ ਨੋਟਸ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਚੈਨਲ ਹੈਗਾ ਸਬਸਕ੍ਰਾਈਬ ਕਰ ਸਕਦੇ ਹੋ, ਜੀਕੇ ਗੁਰੂ ਜੀ ਟੈਲੀਗ੍ਰਾਮ ਚੈਨਲ ਹੈਗਾ। ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਮੈਂ ਤੁਹਾਨੂੰ ਜਿਹੜਾ ਉਹਦਾ ਇੰਸਟਾਗ੍ਰਾਮ ਦਾ ਅਕਾਊਂਟ ਦਾ ਹੈਗਾ ਉਹ ਤੁਹਾਨੂੰ ਦੇ ਦੂੰਗਾ। ਬਾਕੀ WhatsApp ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਕਨਵੀਨੀਅੰਟ ਲੱਗਦਾ ਉਵੇਂ ਕਰ ਸਕਦੇ ਹੋ, ਠੀਕ ਹੈ। GDP ਕੀ ਹੁੰਦਾ? ਇੱਕ ਸਾਲ ਦੇ ਵਿੱਚ ਕਿੰਨੀਆਂ ਗੁੱਡਸ ਪ੍ਰੋਡਿਊਸ ਕਰਦੀ ਹੈ ਕੋਈ ਕੰਟਰੀ, ਫਿਨਿਸ਼ਡ ਗੁੱਡ ਪ੍ਰੋਡਿਊਸ ਕਰਦੀ ਹੈ, ਉਸ ਚੀਜ਼ ਨੂੰ ਕਿਹਾ ਜਾਂਦਾ GDP। ਇਹਦੇ ਵਿੱਚ ਇੰਟਰਮੀਡੀਏਟ ਗੁੱਡ ਨਹੀਂ ਕਾਊਂਟ ਕੀਤੀਆਂ ਜਾਂਦੀਆਂ ਹੁੰਦੀਆਂ। ਸਪੋਜ਼ ਕਰੋ ਕਿ ਆਪਾਂ ਲੇਜ਼ ਖਾਂਦੇ ਹਾਂ, ਤਾਂ ਜਦੋਂ ਆਲੂ ਤੋਂ ਲੇਜ਼ ਬਣਦਾ ਤਾਂ ਜਿਹੜੀ ਜਦੋਂ ਤੱਕ ਪ੍ਰੋਪਰ ਲੇਜ਼ ਨਹੀਂ ਬਣਦਾ ਉਦੋਂ ਤੱਕ ਉਹਨੂੰ ਫਿਨਿਸ਼ਡ ਗੁੱਡਸ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਊਗਾ। ਜਦੋਂ ਆਲੂ ਵਾਲੀ ਸਟੇਜ 'ਤੇ ਹੈ ਜਾਂ ਕਹਿ ਸਕਦੇ ਹਾਂ ਕਟਿੰਗ ਵਾਲੀ ਸਟੇਜ 'ਤੇ ਹੈ, ਉਸ ਚੀਜ਼ ਨੂੰ ਕਾਊਂਟ ਨਹੀਂ ਕੀਤਾ ਜਾਊਗਾ। ਸਿਰਫ ਜਦੋਂ ਲੇਜ਼ ਬਣੂਗਾ ਉਦੋਂ ਹੀ ਪ੍ਰੋਪਰਲੀ ਉਹਨੂੰ ਕਾਊਂਟ ਕੀਤਾ ਜਾਊਗਾ, ਠੀਕ ਹੈ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ। GDP ਇਜ਼ ਦਾ ਫਾਈਨਲ ਵੈਲਿਊ ਆਫ ਦਾ ਗੁੱਡਸ ਐਂਡ ਦਾ ਸਰਵਿਸਿਜ਼ ਪ੍ਰੋਡਿਊਸਡ ਵਿਦ ਇਨ ਦਾ ਜੋਗ੍ਰਾਫਿਕਲ ਬਾਉਂਡਰੀਜ਼ ਆਫ ਦਾ ਕੰਟਰੀ ਡਿਊਰਿੰਗ ਏ ਸਪੈਸੀਫਾਈਡ ਪੀਰੀਅਡ ਆਫ ਟਾਈਮ, ਨਾਰਮਲੀ ਏ ਈਅਰ। ਬਹੁਤ ਹੀ ਇੰਪੋਰਟੈਂਟ ਪੁਆਇੰਟ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਸਿਰਫ ਗੁੱਡਸ ਦੀ ਗੱਲ ਨਹੀਂ ਹੋ ਰਹੀ, ਇੱਥੇ ਫਿਨਿਸ਼ ਸਰਵਿਸਿਜ਼ ਦੀ ਗੱਲ ਵੀ ਹੋ ਰਹੀ ਹੈ। ਸੋ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ ਜਦੋਂ ਆਪਾਂ GDP ਕਾਊਂਟ ਕਰਦੇ ਹਾਂ, ਉੱਥੇ ਸਿਰਫ ਗੁੱਡਸ ਲਈਆਂ ਜਾਂਦੀਆਂ ਜਾਂ ਸਰਵਿਸਿਜ਼ ਲਈਆਂ ਜਾਂਦੀਆਂ ਜਾਂ ਬੋਥ ਗੁੱਡਸ ਐਂਡ ਸਰਵਿਸਿਜ਼ ਕਾਊਂਟ ਕੀਤੀਆਂ ਜਾਂਦੀਆਂ ਹੁੰਦੀਆਂ। ਤਾਂ ਆਪਣਾ ਆਨਸਰ ਆ ਜਾਊਗਾ ਜਦੋਂ ਆਪਾਂ GDP ਕਾਊਂਟ ਕਰਦੇ ਹਾਂ ਤਾਂ ਉੱਥੇ ਬੋਥ ਗੁੱਡਸ ਐਂਡ ਸਰਵਿਸਿਜ਼ ਕਾਊਂਟ ਕੀਤੀਆਂ ਜਾਂਦੀਆਂ ਹੁੰਦੀਆਂ, ਨਾ ਕਿ ਸਿਰਫ ਗੁੱਡਸ ਕਾਊਂਟ ਕੀਤੀਆਂ ਜਾਂਦੀਆਂ ਹੁੰਦੀਆਂ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ ਜ਼ਰੂਰੀ ਹੈਗਾ, ਕਿਉਂਕਿ ਆਪਾਂ ਨੂੰ ਬੇਸਿਕ ਡੈਫੀਨੇਸ਼ਨ ਦੀ ਪ੍ਰੋਪਰ ਕਲੈਰਿਟੀ ਹੋਣਾ ਜ਼ਰੂਰੀ ਹੈਗਾ। ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ GDP 'ਤੇ ਅੱਜ ਕੱਲ੍ਹ ਆਪਾਂ ਸਾਰਾ ਕੁਝ ਚੱਲ ਰਿਹਾ, ਜਿੰਨੀ ਵੀ ਚਰਚਾ ਚੱਲਦੀ GDP 'ਤੇ ਹੁੰਦੀ ਹੈ, ਤਾਂ ਤੁਹਾਨੂੰ ਐਟਲੀਸਟ ਬੇਸਿਕ ਡੈਫੀਨੇਸ਼ਨ GDP ਦੀ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਫਿਰ ਆ ਜਾਂਦੀ ਹੈ ਦੂਜਾ ਕੁਐਸਚਨ ਕੀ ਬਣ ਸਕਦਾ ਹੁੰਦਾ ਵੀ ਜਿਹੜੀ GDP ਹੈਗੀ ਹੈ ਫਿਨਿਸ਼ ਗੁੱਡਸ 'ਤੇ ਕਾਊਂਟ ਕੀਤੀ ਜਾਂਦੀ ਹੈ, ਇੰਟਰਮੀਡੀਏਟ ਗੁੱਡ ਨੂੰ ਵੀ ਵਿੱਚੇ ਕਾਊਂਟ ਕੀਤਾ ਜਾਂਦਾ। ਤਾਂ ਆਪਣਾ ਆਨਸਰ ਆ ਜਾਊਗਾ GDP ਹੈ ਸਿਰਫ ਫਿਨਿਸ਼ ਗੁੱਡਸ 'ਤੇ ਹੀ ਕਾਊਂਟ ਕੀਤੀ ਜਾਂਦੀ ਹੁੰਦੀ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ GDP ਦਾ ਕਨਸੈਪਟ ਸਮਝਾਉਣਾ। ਸਪੋਜ਼ ਕਰੋ ਕਿ ਆਪਾਂ 2019 ਦੇ ਵਿੱਚ ਆਪਾਂ 2020 ਦੇ ਵਿੱਚ ਆਪਾਂ ਇੱਕ 100 ਪੈਨ ਪ੍ਰੋਡਿਊਸ ਕੀਤਾ ਸੀਗਾ, ਠੀਕ ਹੈ ਜੀ। ਤਾਂ ਹੁਣ ਆਪਾਂ 2021 ਦੇ ਵਿੱਚ ਆਪਾਂ ਕਿੰਨੇ ਪੈਨ ਪ੍ਰੋਡਿਊਸ ਕਰ ਸਕਦੇ ਹਾਂ? ਸਪੋਜ਼ ਕਰੋ ਆਪਾਂ 110 ਪੈਨ ਪ੍ਰੋਡਿਊਸ ਕਰ ਸਕਦੇ ਹਾਂ। ਜਿਹੜੀ ਆਪਣੀ GDP ਗਰੋਥ ਹੋਈ ਹੈ ਉਹ ਹੋਈ ਹੈ 10%, ਠੀਕ ਹੈ ਜੀ। ਸੋ ਇਸ ਢੰਗ ਦੇ ਨਾਲ GDP ਨੂੰ ਮੇਜ਼ਰ ਕੀਤਾ ਜਾਂਦਾ ਹੁੰਦਾ ਵੀ ਲਾਸਟ ਈਅਰ ਆਪਾਂ ਕਿੰਨੀਆਂ ਗੁੱਡ ਪ੍ਰੋਡਿਊਸ ਕੀਤੀਆਂ ਸੀਗੀਆਂ, ਉਹਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਵੀ ਇਸ ਸਾਲ ਆਪਾਂ ਕਿੰਨੀਆਂ ਗੁੱਡਸ ਪ੍ਰੋਡਿਊਸ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਐਸਟੀਮੇਟ ਆਉਂਦੇ ਆ ਵੀ ਜਿਹੜਾ ਵਰਲਡ ਬੈਂਕ ਨੇ ਆਪਣੀ GDP ਦਾ ਐਸਟੀਮੇਟ ਦਿੱਤਾ 7% ਹੋ ਜਾਊਗੀ, ਜਾਂ ਕਹਿ ਸਕਦੇ ਹਾਂ ਆਪਣਾ
ADB ਬੈਂਕ ਦਿੰਦਾ, ਅੱਡ ਬੈਂਕਸ ਦੇ ਫੋਰਕਾਸਟ ਆਉਂਦੇ ਹੁੰਦੇ ਆ। ਸੋ ਅੱਡ ਬੈਂਕ ਦੇ ਫੋਰਕਾਸਟ ਆਉਂਦੇ ਹੁੰਦੇ ਆ ਤਾਂ ਉਹਨਾਂ ਦੁਆਰਾ ਦੱਸਿਆ ਜਾਂਦਾ ਹੁੰਦਾ ਵੀ ਤੁਹਾਡੀ GDP ਕਿੰਨੀ ਚਲੀ ਜਾਊਗੀ ਜਾਂ ਕਿੰਨੀ ਹੋ ਸਕਦੀ ਹੈ। ਉਹ ਇਸ ਢੰਗ ਦੇ ਨਾਲ ਤੁਸੀਂ ਕਿੰਨੀਆਂ ਗੁੱਡਸ ਪ੍ਰੋਡਿਊਸ ਕੀਤੀਆਂ ਸੀ ਐਸੇ ਟਾਈਮ 'ਤੇ ਪਿਛਲੇ ਸਾਲ ਅਤੇ ਅੱਜ ਕਿੰਨੀਆਂ ਕਰ ਰਹੇ ਹੋ, ਸੋ ਉਸ ਹਿਸਾਬ ਦੇ ਨਾਲ ਆਪਣੀ GDP ਮੇਜ਼ਰ ਕੀਤੀ ਜਾਂਦੀ ਹੁੰਦੀ ਹੈ। ਠੀਕ ਹੈ, ਸੋ ਆਪਾਂ ਪੜ੍ਹਦੇ ਹਾਂ ਥੋੜ੍ਹਾ ਜਿਹਾ। ਸੋ ਹੋਪਫੁਲੀ ਤੁਹਾਨੂੰ ਜਿਹੜਾ ਬੇਸਿਕ ਕੰਸੈਪਟ ਹੈਗਾ GDP ਦਾ ਉਹ ਸਮਝ ਆ ਗਿਆ ਹੋਊਗਾ। ਹੁਣ ਆਪਾਂ ਥੋੜ੍ਹੀ ਜਿਹੀ ਟੈਕਨੀਕੈਲਿਟੀ ਦੇ ਵਿੱਚ ਚੱਲਦੇ ਹਾਂ। ਦੋ ਤਰ੍ਹਾਂ ਦੀ GDP ਹੁੰਦੀ ਹੈ, ਇੱਕ ਤਾਂ ਹੁੰਦੀ GDP ਐਟ ਦਾ ਕਰੰਟ ਪ੍ਰਾਈਸਿਸ ਐਂਡ ਦਾ GDP ਐਟ ਦਾ ਕੌਂਸਟੈਂਟ ਪ੍ਰਾਈਸਿਸ। ਸੋ ਥੋੜ੍ਹਾ ਜਿਹਾ ਆਪਾਂ ਪੜ੍ਹਦੇ ਹਾਂ ਕਰੰਟ ਪ੍ਰਾਈਸਿਸ ਅਤੇ ਕੌਂਸਟੈਂਟ ਪ੍ਰਾਈਸਿਸ ਦੇ ਵਿੱਚ ਕੀ ਫ਼ਰਕ ਹੁੰਦਾ ਹੈ। ਜਦੋਂ ਆਪਾਂ GDP ਨੂੰ ਕਰੰਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹਾਂ ਤਾਂ ਜਿਹੜੀ ਆਪਣਾ ਇਨਫਲੇਸ਼ਨ ਹੈ ਉਹ ਵਿੱਚ ਕਾਊਂਟ ਨਹੀਂ ਕੀਤੀ ਜਾਂਦੀ ਹੁੰਦੀ। ਠੀਕ ਹੈ ਜੀ, ਜਦੋਂ ਆਪਾਂ GDP ਨੂੰ ਕਰੰਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹਾਂ ਤਾਂ ਇਨਫਲੇਸ਼ਨ ਵਿੱਚ ਕਾਊਂਟ ਨਹੀਂ ਕੀਤੀ ਜਾਂਦੀ ਹੁੰਦੀ। ਜਦੋਂ ਆਪਾਂ ਕੌਂਸਟੈਂਟ ਪ੍ਰਾਈਸਿਸ 'ਤੇ GDP ਨੂੰ ਮੇਜ਼ਰ ਕਰਦੇ ਹਾਂ ਤਾਂ ਇਨਫਲੇਸ਼ਨ ਵਿੱਚ ਕਾਊਂਟ ਕੀਤੀ ਜਾਂਦੀ ਹੁੰਦੀ ਹੈ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਕੌਂਸਟੈਂਟ ਪ੍ਰਾਈਸਿਸ ਦਾ ਮਤਲਬ ਕੀ ਹੁੰਦਾ, ਇੱਕ ਪਰਟੀਕੂਲਰ ਆਪਾਂ ਪੁਆਇੰਟ ਮੰਨ ਲਾਂਗੇ, ਉੱਥੋਂ ਇਨਫਲੇਸ਼ਨ ਵੀ ਐਡ ਕਰਾਂਗੇ, ਸੋ ਉਸ ਚੀਜ਼ ਨੂੰ ਕਿਹਾ ਜਾਂਦਾ ਹੈ GDP ਐਟ ਦੀ ਕੌਂਸਟੈਂਟ ਪ੍ਰਾਈਸਿਸ। ਸੋ ਆਪਾਂ ਪੜ੍ਹਦੇ ਹਾਂ ਥੋੜ੍ਹਾ ਜਿਹਾ ਇਹਦਾ ਬਾਰੇ। GDP ਐਟ ਦਾ ਕਰੰਟ ਪ੍ਰਾਈਸਿਸ ਦਾ ਟੋਟਲ ਮਾਰਕੀਟ ਵੈਲਿਊ ਆਫ ਦਾ ਗੁੱਡਸ ਐਂਡ ਸਰਵਿਸਿਜ਼ ਐਟ ਦਾ ਕਰੰਟ ਮਾਰਕੀਟ ਪ੍ਰਾਈਸਿਸ। ਸੋ ਕਰੰਟ ਪ੍ਰਾਈਸਿਸ ਦਾ ਕੀ ਹੁੰਦਾ, ਜੋ ਕਰੰਟ ਮਾਰਕੀਟ ਪ੍ਰਾਈਸ ਹੈਗਾ ਉਹਦੇ ਹਿਸਾਬ ਨਾਲ ਕਿੰਨੀ GDP ਆਪਣੀ ਗਰੋ ਕੀਤੀ ਹੈ। ਸੋ ਇਨਫਲੇਸ਼ਨ ਦਾ ਜਿਹੜਾ ਫੈਕਟਰ ਹੈਗਾ, ਸੋ ਬੇਸਿਕਲੀ ਤੁਸੀਂ ਯਾਦ ਕੀ ਰੱਖਣਾ ਕਿ ਜਦੋਂ ਆਪਾਂ GDP ਐਟ ਕਰੰਟ ਪ੍ਰਾਈਸਿਸ ਨੂੰ GDP ਐਟ ਕਰੰਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹਾਂ GDP ਨੂੰ, ਤਾਂ ਉਦੋਂ ਇਨਫਲੇਸ਼ਨ ਵਿੱਚ ਕਾਊਂਟ ਨਹੀਂ ਕੀਤੀ ਜਾਂਦੀ ਹੁੰਦੀ। ਜਦੋਂ ਆਪਾਂ GDP ਐਟ ਕੌਂਸਟੈਂਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹਾਂ ਤਾਂ ਆਪਣੀ GDP ਦੇ ਵਿੱਚ ਇਨਫਲੇਸ਼ਨ ਨੂੰ ਕਾਊਂਟ ਕੀਤਾ ਜਾਂਦਾ ਹੁੰਦਾ। ਠੀਕ ਹੈ, ਸੋ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ, ਦਿਸ ਕੰਸੈਪਟ ਡਜ਼ ਨੋਟ ਟੇਕ ਇਨਟੂ ਦਾ ਕਾਊਂਟ ਆਫ ਇਨਫਲੇਸ਼ਨ। ਜੋ ਜਿਹੜਾ ਕਰੰਟ ਪ੍ਰਾਈਸ ਵਾਲਾ ਜਿਹੜਾ ਕੰਸੈਪਟ ਹੈਗਾ ਉਹ ਇਨਫਲੇਸ਼ਨ ਨੂੰ ਕਾਊਂਟ ਨਹੀਂ ਕਰਦਾ। ਸੋ ਇਹੀ ਬੇਸਿਕਲੀ ਆਪਣੀ ਜਿਹੜੀ ਟੈਕਨੀਕਲ ਚੀਜ਼ ਹੈਗੀ ਹੈ, ਜੋ ਆਪਣੇ ਲਈ ਯਾਦ ਰੱਖਣ ਵਾਲੀ ਚੀਜ਼ ਹੈਗੀ ਹੈ ਵੀ ਜਿਹੜੀ ਕਰੰਟ ਪ੍ਰਾਈਸਿਸ ਤੇ GDP ਨੂੰ ਮੇਜ਼ਰ ਕੀਤਾ ਜਾਂਦਾ ਤਾਂ ਇਨਫਲੇਸ਼ਨ ਕਾਊਂਟ ਨਹੀਂ ਕੀਤਾ ਜਾਂਦਾ ਵਿੱਚ। GDP ਐਟ ਕਰੰਟ ਪ੍ਰਾਈਸਿਸ ਆਲਸੋ ਨੋਨ ਐਜ਼ ਦਾ ਨੋਮੀਨਲ GDP। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ, ਕੱਲ੍ਹ ਨੂੰ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਨੋਮੀਨਲ GDP ਕੀ ਹੁੰਦਾ। ਆਪਾਂ ਕਹਾਂਗੇ ਜਿਹੜੀ GDP ਐਟ ਕਰੰਟ ਪ੍ਰਾਈਸਿਸ ਮੇਜ਼ਰ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ GDP ਐਟ ਨੋਮੀਨਲ ਪ੍ਰਾਈਸਿਸ। ਠੀਕ ਹੈ, ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇਹ ਕਈ ਵਾਰੀ ਐਗਜ਼ਾਮ ਦੇ ਵਿੱਚ UPSC ਦੇ ਵਿੱਚ ਇਹ ਜਿਹੀਆਂ ਟੈਕਨੀਕਲ ਚੀਜ਼ਾਂ ਪੁੱਛੀਆਂ ਹੋਈਆਂ, ਤਾਂ ਉਮੀਦ ਕਰਦੇ ਹਾਂ ਆਪਣਾ PPSC ਨੈਬ ਦਾ ਐਗਜ਼ਾਮ ਆ ਰਿਹਾ ਜਾਂ ਹੋਰ ਅੱਗੇ ਜਿਹੜੇ ਵੀ ਐਗਜ਼ਾਮ ਆਉਣ ਵਾਲੇ PPSC ਪੁਆਇੰਟ ਆਫ ਵਿਊ ਤੋਂ ਉਹਨਾਂ ਵਿੱਚ ਪੁੱਛਿਆ ਜਾ ਸਕਦਾ ਹੈ। ਜਾਂ ਮਤਲਬ ਜਿਹੜੇ ਵੀ ਆਪਣੇ ਮਤਲਬ ਗਰੁੱਪ C ਦੇ ਐਗਜ਼ਾਮ ਹੈਗੇ ਉਹਦੇ ਵਿੱਚ ਸਿੰਪਲ ਆਪਾਂ ਨੂੰ ਟਰਮ ਪੁੱਛ ਲਿਆ ਜਾਂਦਾ ਹੁੰਦਾ GDP ਐਟ ਕਰੰਟ ਪ੍ਰਾਈਸਿਸ ਕੀ ਹੁੰਦਾ। ਸੋ ਬਹੁਤ ਇੰਪੋਰਟੈਂਟ ਟਰਮਸ ਹੈਗੀਆਂ। So when it is estimated on the basis of some fixed prices prevalent at particular point of time, this is also called as the GDP at constant prices. Suppose ਕਰੋ ਆਪਾਂ ਹੁਣ ਆਪਾਂ GDP ਮੈਜ਼ਰ ਕਰਨੀ ਹੈ 2020 ਦੇ ਵਿੱਚ ਆਪਾਂ ਕਿੰਨੀ ਗਰੋਥ ਕੀਤੀ। ਠੀਕ ਹੈ, 2021 ਦੇ ਵਿੱਚ ਆਪਾਂ ਕਿੰਨੀ ਗਰੋਥ ਕੀਤੀ। ਤਾਂ ਆਪਾਂ ਡਾਟਾ ਕਦੋਂ ਦਾ ਮੇਜ਼ਰ ਕਰਾਂਗੇ, ਤਾਂ ਆਪਾਂ ਮੇਜ਼ਰ ਕਰਾਂਗੇ ਆਪਣੀ 2020 ਦੇ ਵਿੱਚ ਕਿੰਨੀਆਂ ਗੁੱਡ ਪ੍ਰੋਡਿਊਸ ਕੀਤੀਆਂ ਸੀ। 2020 ਫੈਬਰਰੀ ਦੇ ਵਿੱਚ ਆਪਾਂ ਕਿੰਨੀਆਂ ਗੁੱਡ ਪ੍ਰੋਡਿਊਸ ਕੀਤੀਆਂ ਸੀ, ਅਤੇ ਆਪਾਂ 2021 ਫੈਬਰਰੀ ਦੇ ਵਿੱਚ ਆਪਾਂ ਕਿੰਨੀਆਂ ਗੁੱਡਸ ਪ੍ਰੋਡਿਊਸ ਕਰ ਰਹੇ ਹਾਂ। ਠੀਕ ਹੈ ਜੀ, ਸੋ ਐਸੇ ਢੰਗ ਦੇ ਨਾਲ GDP ਨੂੰ ਮੇਜ਼ਰ ਕੀਤਾ ਜਾਂਦਾ ਹੁੰਦਾ ਹੈ। ਸੋ ਜਦੋਂ ਇੱਕ ਪਰਟੀਕੂਲਰ ਪੁਆਇੰਟ 'ਤੇ ਇੱਕ ਪਰਟੀਕੂਲਰ ਪੁਆਇੰਟ ਦਾ ਰੈਫਰੈਂਸ ਲੈ ਕੇ ਆਪਾਂ GDP ਨੂੰ ਮੇਜ਼ਰ ਕਰਦੇ ਹਾਂ ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ GDP ਐਟ ਕੌਂਸਟੈਂਟ ਪ੍ਰਾਈਸਿਸ। ਠੀਕ ਹੈ ਜੀ, ਸੋ ਬੇਸਿਕਲੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੋਮੀਨਲ GDP ਕੀ ਹੁੰਦਾ ਜਦੋਂ ਆਪਾਂ ਕਰੰਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹਾਂ। ਠੀਕ ਹੈ ਜੀ, ਤੇ ਰੀਅਲ GDP ਕਦੋਂ ਹੁੰਦਾ, ਰੀਅਲ GDP ਹੁੰਦਾ ਇੱਕ ਆਪਾਂ ਜਦੋਂ ਕੌਂਸਟੈਂਟ ਪ੍ਰਾਈਸਿਸ 'ਤੇ ਮੇਜ਼ਰ ਕਰਦੇ ਹੁੰਦੇ ਹਾਂ। ਠੀਕ ਹੈ, ਸੋ ਬੇਸਿਕਲੀ ਜ਼ਿਆਦਾ ਆਪਾਂ ਉਲਝਣਾ ਨਹੀਂ ਹੈ। ਸੋ ਬੇਸਿਕ ਜੇ ਟਰਮਸ ਹੈਗੀਆਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਹੁਣ ਆ ਜਾਂਦਾ ਨੈਟ ਡੋਮੈਸਟਿਕ ਪ੍ਰੋਡਕਟ ਦਾ ਕੰਸੈਪਟ, ਬਹੁਤ ਇੰਪੋਰਟੈਂਟ ਹੈ। ਇਹ ਜਿਹੜੇ ਆਪਾਂ ਕੰਸੈਪਟ ਕਰ ਰਹੇ ਹਾਂ ਲੋਕ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਉਲਝਦੇ ਹੈਗੇ ਆ ਵੀ ਕੀ ਚੀਜ਼ਾਂ ਹੁੰਦੀਆਂ। ਆਪਾਂ ਤੁਹਾਨੂੰ ਬਿਲਕੁਲ ਦੇਸੀ ਮੈਥਡ ਦੇ ਨਾਲ ਸਮਝਾ ਰਹੇ ਹਾਂ ਵੀ ਪੈਨਾਂ ਦੇ ਹਿਸਾਬ ਨਾਲ ਦੱਸ ਰਹੇ ਹਾਂ ਵੀ ਕਿਸ ਢੰਗ ਦੇ ਨਾਲ ਇਹ ਚੀਜ਼ਾਂ ਪ੍ਰੋਸੀਡ ਕਰਦੀਆਂ ਹੁੰਦੀਆਂ। ਠੀਕ ਹੈ ਜੀ, ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਆਪਣਾ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਵੀ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਸੋ ਪੂਰੀ ਆਪਾਂ ਇਕੋਨਮੀ ਕਰਾਂਗੇ ਵਿਦਿਨ 10 to 12 ਲੈਕਚਰਸ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਠੀਕ ਹੈ ਜੀ, ਨੈਟ ਡੋਮੈਸਟਿਕ ਪ੍ਰੋਡਕਟ ਕੀ ਹੁੰਦਾ, ਜਦੋਂ GDP ਦੇ ਵਿੱਚੋਂ ਡੈਪਰੀਸੀਏਸ਼ਨ ਆਪਾਂ ਕੱਢ ਦਿੰਦੇ ਹਾਂ। ਠੀਕ ਹੈ, ਮਾਈਨਸ ਕਰ ਦਿੰਦੇ ਹੁੰਦੇ ਹਾਂ। ਸੋ ਸਪੋਜ਼ ਕਰੋ ਕਿ ਤੁਸੀਂ 2020 ਦੇ ਵਿੱਚ 100 ਪੈਨ ਪ੍ਰੋਡਿਊਸ ਕੀਤਾ। ਠੀਕ ਹੈ ਜੀ, ਅਤੇ 2021 ਦੇ ਵਿੱਚ ਤੁਸੀਂ ਉਮੀਦ ਕਰ ਰਹੇ ਹੋ ਕਿ ਤੁਸੀਂ 110 ਪੈਨ ਪ੍ਰੋਡਿਊਸ ਕਰੋਗੇ। ਠੀਕ ਹੈ ਜੀ, ਸੋ ਤੁਹਾਡੀ ਜਿਹੜੀ ਗਰੋਥ ਹੈਗੀ ਹੈ GDP ਹੈਗੀ ਹੈ ਉਹ ਹੋਣੀ ਚਾਹੀਦੀ 10%। ਠੀਕ ਹੈ ਜੀ, ਸੋ ਪਰ ਜਿਹੜੇ 2020 ਦੇ ਵਿੱਚ ਤੁਸੀਂ ਪੈਨ ਪ੍ਰੋਡਿਊਸ ਕੀਤੇ ਸੀ ਉਹਦੇ ਵਿੱਚੋਂ 2 ਪੈਨ ਖਰਾਬ ਹੋ ਜਾਂਦੇ ਆ। ਠੀਕ ਹੈ ਜੀ, ਸੋ ਆਪਣੇ ਕੋਲ ਕਿੰਨੇ ਪੈਨ ਰਹਿ ਗਏ, 98 ਪੈਨ ਰਹਿ ਗਏ। ਠੀਕ ਹੈ ਜੀ, 98 ਪੈਨ ਰਹਿ ਗਏ ਆਪਣੇ ਕੋਲ 2020 ਦੇ, ਅਤੇ ਆਪਾਂ ਪ੍ਰੋਡਿਊਸ ਕਿੰਨੇ ਕੀਤੇ 2021 ਦੇ ਵਿੱਚ 110 ਪੈਨ। ਠੀਕ ਹੈ ਜੀ, ਸੋ ਜਿਹੜੀ ਆਪਣੀ ਇਫੈਕਟਿਵ ਗਰੋਥ ਹੋਊਗੀ ਉਹ ਹੋਊਗੀ 8%।
ਸੋ ਜਿਹੜੀ ਇਫੈਕਟਿਵ ਗਰੋਥ ਨੂੰ ਕਿਹਾ ਜਾਂਦਾ ਹੈ ਨੈਟ ਡੋਮੈਸਟਿਕ ਪ੍ਰੋਡਕਟ। ਠੀਕ ਹੈ ਜੀ। ਫਿਰ ਆਪਾਂ ਰਿਪੀਟ ਕਰ ਲੈਂਦੇ ਹਾਂ। ਸਪੋਜ਼ ਕਰੋ ਤੁਸੀਂ 2020 ਦੇ ਵਿੱਚ 100 ਪੈਨ ਪ੍ਰੋਡਿਊਸ ਕੀਤਾ, 2021 ਦੇ ਵਿੱਚ ਤੁਸੀਂ 110 ਪੈਨ ਪ੍ਰੋਡਿਊਸ ਕੀਤੇ, ਪਰ ਜਿਹੜੇ 2020 ਦੇ ਵਿੱਚ ਪੈਨ ਪ੍ਰੋਡਿਊਸ ਕੀਤੇ ਸੀਗੇ 2 ਪੈਨ ਵਿੱਚੋਂ ਖਰਾਬ ਹੋ ਗਏ। ਠੀਕ ਹੈ, ਵੀਅਰ ਐਂਡ ਟੀਅਰ ਕਾਰਨ ਜਿਵੇਂ ਵੀ ਹੋ ਗਏ 2 ਪੈਨ ਖਰਾਬ ਹੋ ਗਏ। ਸੋ ਆਪਣੇ ਕੋਲ 98 ਪੈਨ ਰਹਿ ਗਏ ਪਿੱਛੇ। ਠੀਕ ਹੈ, ਸੋ ਆਪਣੀ ਜਿਹੜੀ ਨੈਟ ਗਰੋਥ ਹੋਊਗੀ ਉਹ ਹੋਊਗੀ 98 + 10 मतलब 8% ਆਪਣੀ ਗਰੋਥ ਹੋਊਗੀ, ਕਿਉਂਕਿ ਜਿਹੜੇ ਆਪਣੇ 2 ਖਰਾਬ ਵੀ ਤਾਂ ਹੋ ਗਏ। ਜਿਹੜੀ ਆਪਣੀ 10% ਗਰੋਥ ਹੋਈ ਸੀਗੀ GDP ਪ੍ਰੋਪਰ ਓਵਰਆਲ 10% ਗਰੋ ਹੋਈ ਸੀਗੀ, ਪਰ ਪਿਛਲੇ ਜਿਹੜੇ 2 ਵਾਰੀ ਆਪਣੇ ਵੀਅਰ ਐਂਡ ਟੀਅਰ 'ਚ ਡੈਪਰੀਸੀਏਸ਼ਨ 2 ਆਪਣੇ ਮਾਈਨਸ ਵੀ ਹੋ ਗਏ, ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਨੈਟ ਡੋਮੈਸਟਿਕ ਪ੍ਰੋਡਕਟ। ਜਦੋਂ ਡੈਪਰੀਸੀਏਸ਼ਨ ਮਾਈਨਸ ਹੋ ਜਾਂਦੀ ਹੈ GDP ਦੇ ਵਿੱਚੋਂ, ਉਸ ਚੀਜ਼ ਨੂੰ ਕਿਹਾ ਜਾਂਦਾ ਨੈਟ ਡੋਮੈਸਟਿਕ ਪ੍ਰੋਡਕਟ। ਜਿਵੇਂ ਆਪਾਂ ਪੜ੍ਹ ਲੈਂਦੇ ਹਾਂ, ਦ ਨੈਟ ਡੋਮੈਸਟਿਕ ਪ੍ਰੋਡਕਟ ਇਕੁਅਲਸ ਦ ਗ੍ਰੋਸ ਡੋਮੈਸਟਿਕ ਪ੍ਰੋਡਕਟ minus depreciation on the country's capital goods. Net domestic product account for the capital that has been consumed over the year in the form of the housing, vehicles or the machinery deterioration। बहुत इंपॉर्टेंट पॉइंट हैगी है। ये थोड़ा जा मतलब ਕੰਪਲੈਕਸ ਜਿਹਾ ਕੰਸੈਪਟ ਹੈਗਾ। ਸਪੋਜ਼ ਕਰ ਲਓ ਤੁਸੀਂ ਕੋਈ ਮਸ਼ੀਨ ਲੈਂਦੇ ਹੋ। ਠੀਕ ਹੈ ਜੀ, ਸਪੋਜ਼ ਕਰ ਲਓ ਤੁਸੀਂ 100 ਮਸ਼ੀਨਾਂ ਆਪਣੇ ਘਰੇ ਲੈ ਕੇ ਆਉਂਦੇ ਹੋ। 100 ਮਸ਼ੀਨਾਂ ਤੁਸੀਂ ਪ੍ਰੋਡਿਊਸ ਕੀਤੀਆਂ, ਤੁਹਾਡੀ ਇੱਕ ਫੈਕਟਰੀ ਹੈਗੀ ਹੈ, 100 ਮਸ਼ੀਨਾਂ ਪ੍ਰੋਡਿਊਸ ਕੀਤੀਆਂ ਇਸ ਸਾਲ ਦੇ ਵਿੱਚ। 2020 ਦੇ ਵਿੱਚ 100 ਮਸ਼ੀਨਾਂ ਪ੍ਰੋਡਿਊਸ ਕੀਤੀਆਂ ਸੀ, ਉਹਦੇ ਵਿੱਚੋਂ 2 ਖਰਾਬ ਹੋ ਗਈਆਂ। 2021 ਦੇ ਵਿੱਚ ਤੁਸੀਂ 110 ਮਸ਼ੀਨਾਂ ਪ੍ਰੋਡਿਊਸ ਕੀਤੀਆਂ, ਅਤੇ ਜਿਹੜੀ ਤੁਹਾਡੀ ਕੋਲ ਓਵਰਆਲ ਮਸ਼ੀਨਾਂ ਹੈਗੀਆਂ ਉਹ ਹੈਗੀਆਂ ਇਸ ਟਾਈਮ 208 ਮਸ਼ੀਨ। ਠੀਕ ਹੈ ਜੀ, ਸੋ ਤੁਹਾਡੀ ਜਿਹੜੀ ਓਵਰਆਲ ਗਰੋਥ ਹੋਈ ਹੈ 2021 ਦੇ ਵਿੱਚ ਸਿਰਫ 8% ਹੋਈ ਹੈ, ਕਿਉਂਕਿ ਜਿਹੜੀਆਂ 2 ਮਸ਼ੀਨਾਂ ਤੁਹਾਡੀਆਂ ਪਿਛਲੇ ਸਾਲ ਖਰਾਬ ਵੀ ਤਾਂ ਹੋ ਗਈਆਂ ਸੀਗੀਆਂ। ਸੋ ਜਿਹੜੀ ਤੁਹਾਡੀ ਨੈਟ ਗਰੋਥ ਨੂੰ ਕਿਹਾ ਜਾਂਦਾ ਹੁੰਦਾ ਨੈਟ ਡੋਮੈਸਟਿਕ ਪ੍ਰੋਡਕਟ। ਠੀਕ ਹੈ ਜੀ, ਸੋ ਜਦੋਂ GDP ਦੇ ਵਿੱਚੋਂ ਆਪਾਂ ਡੈਪਰੀਸੀਏਸ਼ਨ ਮਾਈਨਸ ਕਰ ਦਿੰਦੇ ਹਾਂ ਤਾਂ ਆਪਣਾ ਰਹਿ ਜਾਂਦਾ ਹੁੰਦਾ ਨੈਟ ਡੋਮੈਸਟਿਕ ਪ੍ਰੋਡਕਟ। ਸੋ ਗ੍ਰੋਸ ਨੈਸ਼ਨਲ ਪ੍ਰੋਡਕਟ ਬਾਰੇ ਗੱਲ ਕਰਦੇ ਹਾਂ ਆਪਾਂ ਹੁਣ। ਗ੍ਰੋਸ ਨੈਸ਼ਨਲ ਪ੍ਰੋਡਕਟ ਕੀ ਹੁੰਦਾ? ਗ੍ਰੋਸ ਨੈਸ਼ਨਲ ਪ੍ਰੋਡਕਟ ਹੁੰਦਾ GNP ਵੀ ਕਿਹਾ ਜਾਂਦਾ ਇਸ ਚੀਜ਼ ਨੂੰ। GNP is an estimate of total value of all the final products and the services produced in a given period by the means of production owned by country resident। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਹੁਣ ਆਪਾਂ ਨੂੰ GNP ਦਾ ਕੰਸੈਪਟ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। GNP ਕੀ ਹੁੰਦਾ? ਜਿਹੜੇ ਆਪਣੇ ਕੰਟਰੀ ਦੇ ਰੈਜ਼ੀਡੈਂਟ ਹੁੰਦੇ ਆ, ਭਾਵੇਂ ਉਹ ਕਿਤੇ ਵੀ ਹੈਗੇ ਆ ਇਸ ਟਾਈਮ। ਸਪੋਜ਼ ਕਰ ਲਓ ਆਪਣੀ ਕੰਟਰੀ ਦਾ ਰੈਜ਼ੀਡੈਂਟ ਕਿਤੇ ਆਸਟ੍ਰੇਲੀਆ ਹੈਗਾ, ਕੈਨੇਡਾ ਹੈਗਾ, ਸੋ ਸਾਰੇ ਦੇ ਸਾਰੇ ਜਿੰਨੀਆਂ ਆਪਣੀਆਂ ਗੁੱਡਸ ਪ੍ਰੋਡਿਊਸ ਕਰਦੇ ਆ ਉਹਨਾਂ ਸਾਰਿਆਂ ਦਾ ਅਕਾਊਂਟ ਜਦੋਂ ਆਪਾਂ ਲੈਂਦੇ ਹਾਂ, ਜਦੋਂ ਆਪਾਂ ਨੂੰ ਇਕੱਠਾ ਮੇਜ਼ਰ ਕਰਦੇ ਹਾਂ, ਉਸ ਚੀਜ਼ ਨੂੰ ਕਿਹਾ ਜਾਂਦਾ ਗ੍ਰੋਸ ਨੈਸ਼ਨਲ ਪ੍ਰੋਡਕਟ। ਬਹੁਤ ਹੀ ਇੰਪੋਰਟੈਂਟ ਹੈ, ਭਾਵੇਂ ਉਹ ਸਿਟੀਜ਼ਨ ਕਿਤੇ ਵੀ ਬੈਠਾ ਹੈ। ਸਪੋਜ਼ ਕਰ ਲਓ ਜਿਹੜੇ ਆਪਣੇ ਪੰਜਾਬ ਦੇ ਲੋਕ ਕੈਨੇਡਾ ਜਾ ਰਹੇ ਆ, ਉੱਥੇ ਵੀ ਕੋਈ ਗੁੱਡ ਪ੍ਰੋਡਿਊਸ ਕਰ ਰਹੇ ਆ, ਤਾਂ GNP ਦੇ ਵਿੱਚ ਕਾਊਂਟ ਹੋਊਗੀ, ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਕਾਊਂਟ ਹੋਊਗੀ। ਬਹੁਤ ਇੰਪੋਰਟੈਂਟ ਹੈਗਾ। ਫਿਰ ਆਪਾਂ ਪੜ੍ਹ ਲੈਂਦੇ ਹਾਂ GNP is estimated total value of all the final products and the services produced in a given period of time, by the means of production owned by country resident। ਕੰਟਰੀ ਰੈਜ਼ੀਡੈਂਟ ਦਾ ਮਤਲਬ ਕੀ ਹੁੰਦਾ? ਉਹ ਭਾਵੇਂ ਕਿਤੇ ਵੀ ਹੈਗਾ ਰੈਜ਼ੀਡੈਂਟ, ਕੰਟਰੀ ਦਾ ਰੈਜ਼ੀਡੈਂਟ ਹੈਗਾ, ਕਿਤੇ ਵੀ ਹੈਗਾ ਪੂਰੇ ਵਰਲਡ ਦੇ ਵਿੱਚ, ਉਹ ਗੁੱਡਸ ਪ੍ਰੋਡਿਊਸ ਕਰ ਰਿਹਾ, ਸਰਵਿਸਿਜ਼ ਪ੍ਰੋਡਿਊਸ ਕਰ ਰਿਹਾ, ਉਸ ਚੀਜ਼ ਨੂੰ ਕਿਹਾ ਜਾਂਦਾ GNP। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਦੋਂ ਆਪਾਂ GNP ਦੇ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕਰ ਦਿੰਦੇ ਹੁੰਦੇ ਹਾਂ ਤਾਂ ਆਪਣਾ ਆਨਸਰ ਆ ਜਾਂਦਾ ਨੈਟ ਨੈਸ਼ਨਲ ਪ੍ਰੋਡਕਟ। ਅਤੇ ਨੈਟ ਨੈਸ਼ਨਲ ਪ੍ਰੋਡਕਟ 'ਤੇ ਹੀ ਆਪਣੀ ਪਰ ਕੈਪਟਾ ਇਨਕਮ ਮਾਪੀ ਜਾਂਦੀ ਹੁੰਦੀ ਹੈ। ਠੀਕ ਹੈ ਜੀ। ਸੋ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਜੋ ਮੈਂ ਤੁਹਾਨੂੰ GNP ਦਾ ਕੰਸੈਪਟ ਕਿਉਂ ਕਰਵਾਇਆ। ਸੋ ਬੇਸਿਕਲੀ ਇਹ ਕੰਸੈਪਟ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਜਿੰਨਾ ਹੁਣ ਜਿਹੜਾ ਤੁਹਾਨੂੰ ਮੈਂ ਕੰਸੈਪਟ ਦੱਸਣ ਵਾਲਾ ਉਹ ਜ਼ਿਆਦਾ ਜ਼ਰੂਰੀ ਹੈਗਾ। ਸੋ ਜ਼ਿਆਦਾ ਐਮਫੈਸਿਸ ਆਪਾਂ ਇਸ ਚੀਜ਼ 'ਤੇ ਦੇਣਾ ਹੈ, ਜਦੋਂ ਆਪਾਂ ਆਪਣੀ ਨੈਸ਼ਨਲ ਇਨਕਮ ਮਾਪਣੀ ਹੁੰਦੀ ਹੈ ਤਾਂ ਉਦੋਂ ਨੈਟ ਨੈਸ਼ਨਲ ਪ੍ਰੋਡਕਟ ਦੀ ਵੈਲਿਊ ਕਾਊਂਟ ਕੀਤੀ ਜਾਂਦੀ ਹੁੰਦੀ ਹੈ। ਨੈਟ ਨੈਸ਼ਨਲ ਪ੍ਰੋਡਕਟ ਕੀ ਹੁੰਦਾ? ਜਦੋਂ GNP ਦੇ ਵਿੱਚੋਂ ਆਪਾਂ ਡੈਪਰੀਸੀਏਸ਼ਨ ਮਾਈਨਸ ਕਰ ਦਿੰਦੇ ਹੁੰਦੇ ਹਾਂ ਤਾਂ ਆਪਣਾ ਆ ਜਾਂਦਾ ਨੈਟ ਨੈਸ਼ਨਲ ਪ੍ਰੋਡਕਟ। ਸੋ ਜਿਹੜੀ ਆਪਣਾ ਨੈਸ਼ਨਲ ਇਨਕਮ ਹੈਗੀ ਹੈ ਨੈਟ ਨੈਸ਼ਨਲ ਪ੍ਰੋਡਕਟ 'ਤੇ ਮਾਪੀ ਜਾਂਦੀ ਹੁੰਦੀ ਹੈ। ਕਿਵੇਂ ਮਾਪੀ ਜਾਂਦੀ ਹੈ? ਆਪਣੀ ਪਰ ਕੈਪਟਾ ਇਨਕਮ, ਜਾਂ ਕਹਿ ਸਕਦੇ ਹਾਂ ਨੈਸ਼ਨਲ ਪਰ ਕੈਪਟਾ ਇਨਕਮ ਕਿਵੇਂ ਮਾਪੀ ਜਾਂਦੀ ਹੁੰਦੀ ਹੈ? ਨੈਟ ਨੈਸ਼ਨਲ ਪ੍ਰੋਡਕਟ ਡਿਵਾਈਡਡ ਬਾਈ ਦਾ ਟੋਟਲ ਪਾਪੂਲੇਸ਼ਨ। ਇਹਦੇ ਨਾਲ ਆ ਜਾਂਦੀ ਹੈ ਆਪਣੀ ਪਰ ਕੈਪਟਾ ਇਨਕਮ। ਪਰ ਕੈਪਟਾ ਇਨਕਮ ਕੀ ਹੁੰਦੀ ਹੈ? ਇੱਕ ਬੰਦਾ ਕਿੰਨੇ ਪੈਸੇ ਪੂਰੇ ਸਾਲ ਦੇ ਵਿੱਚ ਕਮਾ ਰਿਹਾ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਜਿਹੜੀ ਆਪਣੀ ਪਰ ਕੈਪਟਾ ਇਨਕਮ ਹੈ ਕਿਸ ਬੇਸਿਸ 'ਤੇ ਮਾਪੀ ਜਾਂਦੀ ਹੈ, ਤਾਂ ਆਪਾਂ ਕਹਾਂਗੇ ਨੈਟ ਨੈਸ਼ਨਲ ਪ੍ਰੋਡਕਟ ਦੇ ਬੇਸਿਸ 'ਤੇ ਆਪਣੀ ਪਰ ਕੈਪਟਾ ਇਨਕਮ ਮਾਪੀ ਜਾਂਦੀ ਹੁੰਦੀ ਹੈ। ਪਰ ਕੈਪਟਾ ਇਨਕਮ ਦਾ ਮਤਲਬ ਕੀ ਹੁੰਦਾ? ਨੈਟ ਨੈਸ਼ਨਲ ਪ੍ਰੋਡਕਟ ਡਿਵਾਈਡਡ ਬਾਈ ਦੀ ਟੋਟਲ ਪਾਪੂਲੇਸ਼ਨ। ਬਹੁਤ ਹੀ ਇੰਪੋਰਟੈਂਟ ਜਿਹੜਾ ਆਪਾਂ ਪੜ੍ਹ ਰਹੇ ਹਾਂ। ਸੋ GNP ਦਾ ਕੰਸੈਪਟ ਇੰਨਾ ਜ਼ਿਆਦਾ ਰੈਲੇਵੈਂਟ ਹੈ ਨਹੀਂ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੀ ਰੈਲੇਵੈਂਟ ਹੈਗਾ? ਪਰ ਕੈਪਟਾ ਇਨਕਮ ਦਾ ਕੰਸੈਪਟ। ਪਰ ਕੈਪਟਾ ਇਨਕਮ ਕੀ ਹੁੰਦੀ ਹੈ? ਜਦੋਂ
ਨੈਟ ਪਰ ਕੈਪੀਟਾ ਇਨਕਮ ਕਿਸ ਬੇਸਿਸ ਤੇ ਮਾਪੀ ਜਾਂਦੀ ਹੁੰਦੀ ਹੈ, ਆਪਾਂ ਨੂੰ ਇਹੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਆਪਣਾ ਆਨਸਰ ਆ ਜਾਊਗਾ ਨੈਟ ਨੈਸ਼ਨਲ ਪ੍ਰੋਡਕਟ ਦੇ ਬੇਸਿਸ ਤੇ ਪਰ ਕੈਪੀਟਾ ਇਨਕਮ ਮਾਪੀ ਜਾਂਦੀ ਹੁੰਦੀ ਹੈ। ਨੈਟ ਨੈਸ਼ਨਲ ਪ੍ਰੋਡਕਟ ਹੁੰਦਾ ਕੀ ਹੈ, ਤਾਂ ਆਪਣਾ ਆਨਸਰ ਆ ਜਾਊਗਾ ਜੀਐਨਪੀ ਦੇ ਵਿੱਚ ਆਪਾਂ ਜਦੋਂ ਡੈਪਰੀਸੀਏਸ਼ਨ ਮਾਈਨਸ ਕਰ ਦਿੰਦੇ ਹੁੰਦੇ ਆ ਤਾਂ ਆਪਣਾ ਆਨਸਰ ਆ ਜਾਂਦਾ ਹੈ ਨੈਟ ਨੈਸ਼ਨਲ ਪ੍ਰੋਡਕਟ। ਜੀਐਨਪੀ ਕੀ ਹੁੰਦਾ ਹੈ, ਜਦ ਜਿੰਨੇ ਵੀ ਆਪਣੇ ਇੰਡੀਅਨ ਰੈਜ਼ੀਡੈਂਟ ਹੈਗੇ ਆ, ਭਾਵੇਂ ਕਿਤੇ ਵੀ ਰਹਿ ਰਹੇ ਹੋ, ਆਪਣੇ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕਰ ਰਹੇ ਆ, ਉਹਨਾਂ ਦੁਆਰਾ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਉਹਨਾਂ ਫਿਨਿਸ਼ਡ ਗੁੱਡਸ ਐਂਡ ਸਰਵਿਸਿਜ਼ ਨੂੰ ਆਪਾਂ ਜਦੋਂ ਕਾਊਂਟ ਕਰਦੇ ਹਾਂ, ਇਕੱਠਾ ਕਾਊਂਟ ਕਰਦੇ ਹਾਂ, ਤਾਂ ਉਹਨੂੰ ਕਿਹਾ ਜਾਂਦਾ ਹੈ GNP, ਗ੍ਰੋਸ ਨੈਸ਼ਨਲ ਪ੍ਰੋਡਕਟ। ਬਹੁਤ ਇੰਪੋਰਟੈਂਟ ਹੈਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਬਾਕੀ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਬਾਕੀ ਤੁਹਾਨੂੰ ਲਿੰਕ ਸ਼ੇਅਰ ਕਰ ਦਿੱਤਾ ਜਾਊਗਾ ਟੈਲੀਗ੍ਰਾਮ ਚੈਨਲ ਦਾ, ਮੇਰੇ ਇੰਸਟਾਗ੍ਰਾਮ ਅਕਾਊਂਟ ਦਾ। ਤੁਸੀਂ ਜੋ ਵੀ ਤੁਹਾਡੀ ਕੁਐਰੀਜ਼ ਹੈ ਜਾਂ ਕੁਝ ਵੀ ਹੈਗਾ ਤੁਸੀਂ ਮੈਨੂੰ ਬੇਝਿਜਕ ਪੁੱਛ ਸਕਦੇ ਹੋ, ਠੀਕ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।